श्री वाहिगुरु जी। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। चक्र चिहन अर बरन जात अर पात नहन जेहे। रूप रंग अर रेख लेख को कह न सकत केहे। अचल मूरत अनभव प्रकाश अमितोज कहजै। कोट इंद्र इंद्राण साहे साहान गणजै। त्रिभुवन महीप सुर नर असुर नेत नेत बान तृण कहत। तब सर्ब नाम कथा कवन कर्म नाम बरनत सुमत। तब सर्ब नाम कथा कवन कर्म नाम बरनत सुमत। प्रभ जी तो कह लाज हमारी नीलकंठ नरहर नारायण। नील बसन बनवारी परम पुरख परमेश्वर स्वामी पावन पौन आहारी। माधव महाजोत मद मर्दन मान मुकंद मुरारी। निर्विकार निर्जुर निंदरा बिन निर्भिख नरक निवारी। कृपा सिंधु काल त्रैदर्शी कुकरित पर नासनकारी। धनुर्पान त्रितमान तरा धर अन विकार अस धारी। हो मत मंद चरण शरणागत कर गह लेहो उबारी। हो मत मंद चरण शरणागत कर गह लेहो उबारी। हम अवगुण परे एक गुण नाही। अमृत छाड़ बिख बिख खाई। माया मोह परम पै भूले। सुत दारा स्यों प्रीत एक उत्तम पंथ सुन्यो गुर संगत। तेह मिलंत जम त्रास मिटाई। एक अरदास पाठ कीरत की गुर रामदास। सो कहो टल गुर सेविया अहनस सहज पाए। दर्शन परसे गुरु का जन्म मरण दुख जाए। वैसे फतख संबंधी नूर अर सोह कुर सोह टटिया। डठे सच्चे पातशाह मल जन्म जन्म दी कटिया। सज्जन सच्चा पातशाह
ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਤੀਜਾ। ਕਾਚਾ ਧਨ ਸੰਚੈ ਮੂਰਖ ਗਾਵਾਰ। ਮਨ ਮੁਖ ਭੂਲੇ ਅੰਧ ਗਾਵਾਰ। ਕਾਚਾ ਧਨ ਸੰਚੈ ਮੂਰਖ ਗਾਵਾਰ। ਮਨ ਮੁਖ ਭੂਲੇ ਅੰਧ ਗਾਵਾਰ। ਵੇਖਿਆ ਕੈ ਧਨ ਸਦਾ ਦੁਖ ਹੋਏ। ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਾਚਾ ਧਨ ਗੁਰਮਤਿ ਪਾਏ। ਕਾਚਾ ਧਨ ਫੁਨ ਆਵੈ ਜਾਏ ਰਹਾਉ। ਮਨ ਮੁਖ ਭੂਲੇ ਅਬ ਮਰਹਿ ਗਵਾਰ। ਭਵ ਜਲ ਡੂਬੇ ਨਾ ਉਰਵਾਰ ਨਾ ਪਾਰ। ਸਤਿਗੁਰ ਭੇਟੇ ਪੂਰੇ ਭਾਗ। ਸਾਚ ਰਤੇ ਅਹਨਸ ਬੈਰਾਗ। ਚਹੁ ਜੁਗ ਮਹਿ ਅੰਮ੍ਰਿਤ ਸਾਚੀ ਬਾਣੀ। ਪੂਰੇ ਭਾਗ ਹਰ ਨਾਮ ਸੁਮਾਣੀ। ਸਿੱਧ ਸਾਧਕ ਤਰਸੈ ਸਭ ਲੋਏ। ਪੂਰੇ ਭਾਗ ਪ੍ਰਾਪਤ ਹੋਏ। ਸਭ ਕਿਛ ਸਾਚਾ ਸਾਚਾ ਹੈ ਸੋਏ। ਊਤਮ ਬ੍ਰਹਮ ਪਛਾਣ ਕੋਇ। ਸੱਚ ਸਾਚਾ ਸੱਚ ਆਪ ਦਰੜਾਏ। ਨਾਨਕ ਆਪੇ ਵੇਖੈ ਆਪੇ ਸੱਚ ਲਾਏ। ਸੱਚ ਸਾਚਾ ਸੱਚ ਆਪ ਦਰੜਾਏ। ਨਾਨਕ ਆਪੇ ਵੇਖੈ ਆਪੇ ਸੱਚ ਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कार ते सन्मानयोग गुरु की साजी और नवाजी हुई गुरु का खास रूप गुरु खालसा साध संगत जियो। देन ते दुनिया दे मालक सर्ब सांझी वालता दे सांझे रहबर धन धन श्री गुरु ग्रंथ साहिब जी महाराज जी दी पवित्र पावन हजूरी च
ਸਤਿਗੁਰੂ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਪ ਜੀ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਤੀਸਰੇ ਗੁਰਦੇਵ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਜੋ ਪਾਵਨ ਸ੍ਰੀ ਮੁਖਵਾਕ ਆਪ ਜੀ ਨੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਹੁਣੇ ਹੁਣੇ ਸਰਵਣ ਕੀਤਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਤੀਸਰੇ ਗੁਰਦੇਵ ਜਗਤ ਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਤੀਜਾ। ਕਾਚਾ ਧਨ ਸੰਚੈ ਮੂਰਖ ਗਵਾਰ। ਰਾਗ ਧਨਾਸਰੀ ਹੈ। ਤੀਸਰੇ ਗੁਰਦੇਵ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਇਕੱਠਾ ਕਰਨ ਦੀ ਸੰਚਣ ਦੀ ਬਿਰਤੀ ਕੇਵਲ ਮਨੁੱਖ ਵਿੱਚ ਹੈ, ਪਸ਼ੂਆਂ ਪੰਛੀਆਂ ਤੇ ਜਾਨਵਰਾਂ ਵਿੱਚ ਨਹੀਂ। ਇਕੱਠਾ ਕਰਕੇ ਰੱਖਣ ਦੀ ਬਿਰਤੀ ਕੇਵਲ ਮਨੁੱਖ ਵਿੱਚ ਹੈ। ਹਾਂ, ਕੁਝ ਜੀਵ ਐਸੇ ਹਨ ਜੋ ਇਕੱਠਾ ਕਰਦੇ ਨੇ, ਉਹਨਾਂ ਦਾ ਇਕੱਠਾ ਕੀਤਾ ਹੋਇਆ ਮਨੁੱਖ ਖਾਂਦੇ ਹਨ, ਮਧੂ ਮੱਖੀ ਆਦਿਕ। ਇਕੱਠਾ ਕਰਨ ਵੇਲੇ ਮਨੁੱਖ ਦੀ ਮਨਸਾ ਕਿ ਕਿਸੇ ਦੂਸਰੇ ਦਾ ਹੱਕ ਉਹ ਮੈਂ ਕਿਸੇ ਟੇਢੇ ਤਰੀਕੇ ਦੇ ਨਾਲ ਆਪਣੇ ਪਾਸ ਰੱਖ ਕੇ ਉਹਦਾ ਮਾਲਕ ਬਣ ਜਾਵਾਂ। ਉਹਦੇ ਲਈ ਫਿਰ ਮਨੁੱਖ ਪਾਪ ਕਰਦਾ ਹੈ, ਕਿਉਂਕਿ ਸੰਚਣਾ ਪਾਪਾਂ ਤੋਂ ਬਿਨਾਂ ਨਹੀਂ ਹੁੰਦਾ, ਇਕੱਠਾ ਪਾਪਾਂ ਤੋਂ ਬਿਨਾਂ ਨਹੀਂ ਹੁੰਦਾ। ਧਨ ਮਨੁੱਖ ਦਾ ਗੁਜ਼ਰਾਨ ਹੈ, ਇਹਦੇ ਬਿਨਾਂ ਗੁਜ਼ਾਰਾ ਨਹੀਂ ਹੈ। ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਦੋਂ ਹਰਿਦੁਆਰ ਗਏ ਨੇ ਤੇ ਰਸਤੇ ਵਿੱਚ ਇੱਕ ਪਿੰਡ ਹੈ ਮੇੜਾ, ਉੱਥੇ ਸਤਿਗੁਰੂ ਜੀ ਰੁਕੇ ਨੇ। ਮਹਾਰਾਜ ਜੀ ਗੰਗਾ ਹਰਿਦੁਆਰ ਜਾਂਦੇ ਸਨ। ਇਸ ਵਾਰ ਜਦੋਂ ਆਏ ਨੇ ਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਇੱਕ ਪੰਡਤ ਦੁਰਗਾ ਹੈ ਜਿਸ ਨੇ ਪਦਮ ਵੇਖਿਆ। ਸਾਹਿਬ ਜੀ ਦੇ ਚਰਨਾਂ 'ਚ ਪਦਮ ਵੇਖ ਕੇ ਅੰਦਾਜ਼ਾ ਲਾਇਆ ਕਿ ਕੋਈ ਮਹਾਂਪੁਰਸ਼ ਹੈ ਜਾਂ ਕੋਈ ਰਾਜਾ ਹੈ। ਸਤਿਗੁਰੂ ਜੀ ਆਰਾਮ ਵਿੱਚ ਸਨ। ਜਦੋਂ ਮਹਾਰਾਜ ਜੀ ਉੱਠੇ, ਕਹਿਣ ਲੱਗਾ ਜੀ ਤੁਸੀਂ ਕੌਣ ਹੋ? ਮਹਾਰਾਜ ਜੀ ਕਹਿਣ ਲੱਗੇ ਅਸੀਂ ਤਾਂ ਕੋਈ ਸਧਾਰਨ ਵਿਅਕਤੀ ਹਾਂ, ਬਾਸਰ ਕੇ ਨਗਰ ਦੇ ਰਹਿੰਦੇ ਹਾਂ। ਕਹਿਣ ਲੱਗਾ ਜੀ ਤੁਹਾਡੇ ਚਰਨਾਂ ਵਿੱਚ ਪਦਮ ਹੈ ਤੇ ਇਹਦਾ ਫਲ ਤੁਹਾਨੂੰ ਮਿਲਣਾ। ਸਤਿਗੁਰੂ ਜੀ ਕਹਿੰਦੇ ਪੰਡਤ ਜੀ ਤੁਹਾਨੂੰ ਦਕਸ਼ਿਣਾ ਦੇ ਦਿੰਦੇ ਆ ਉਦਾਂ ਹੀ, ਪਰ ਇਦਾਂ ਦੀਆਂ ਗੱਲਾਂ ਨਾ ਕਹੋ ਵੀ ਜਿਹਦੇ ਨਾਲ ਸੁਣ ਕੇ ਉਦਾਂ ਹੀ ਬੰਦਾ ਵਹਿਮ 'ਚ ਪਿਆ ਰਹੇ। ਕਹਿਣ ਲੱਗਾ ਮਹਾਰਾਜ ਜੇ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਤੇ ਮੈਂ ਇਹ ਦਕਸ਼ਿਣਾ ਆਪਣੀ ਉਦੋਂ ਹੀ ਲਵਾਂਗਾ ਜਦੋਂ ਤੁਸੀਂ ਕਿਸੇ ਧਰਮ ਦੇ ਜਾਂ ਕਿਸੇ ਦੇਸ਼ ਦੇ ਰਾਜੇ ਬਣੋਗੇ, ਗੁਰੂ ਬਣੋਗੇ। ਪਰ ਮੈਨੂੰ ਯਾਦ ਰੱਖਿਓ, ਸਮਾਂ ਆਇਆ ਮੇਰੇ ਸਤਿਗੁਰੂ ਜੀ ਗੁਰਤਾ ਗੱਦੀ ਦੇ ਰੱਥ ਤੇ ਸਵਾਰ ਹੋਏ, ਗੁਰੂ ਬਣ ਕੇ ਗੁਰਦੇਵ ਜੀ ਹਰਿਦੁਆਰ ਨੂੰ ਗਏ।
ਉਸੇ ਨਗਰ ਵਿੱਚ ਸਤਿਗੁਰਾਂ ਨੇ ਉਤਾਰਾ ਕੀਤਾ ਤੇ ਉਹ ਪੰਡਤ ਦੁਰਗਾ ਹਾਲੇ ਜਿਉਂਦਾ ਹੈ। ਵੇਖਿਆ ਬਹੁਤ ਸੰਗਤ ਹੈ, ਕੋਈ ਮਹਾਂਪੁਰਸ਼ ਹੈ, ਤੇ ਜਾ ਕੇ ਪੁੱਛਿਆ ਕੌਣ? ਕਹਿਣ ਲੱਗੇ ਗੁਰੂ ਅਮਰਦਾਸ ਜੀ। ਕੋਲ ਗਿਆ, ਦਰਸ਼ਨ ਕੀਤੇ ਤੇ ਪਹਿਚਾਣਿਆ ਵੀ ਇਹ ਤਾਂ ਉਹੀ ਨੇ। ਮੱਥਾ ਟੇਕ ਕੇ ਸਤਿਗੁਰਾਂ ਨੂੰ ਕਹਿਣ ਲੱਗਾ ਮਹਾਰਾਜ ਮੈਨੂੰ ਪਛਾਣਿਆ ਹੈ? ਮਹਾਰਾਜ ਜੀ ਕਹਿੰਦੇ ਹਾਂ ਪਛਾਣ ਲਿਆ। ਮਹਾਰਾਜ ਫਿਰ ਬਚਨ ਚੇਤੇ ਹੈ ਜੋ ਮੇਰੀ ਦਕਸ਼ਣਾ ਸੀ ਉਹ ਲੈਣ ਆਇਆ ਅੱਜ ਮੈਂ ਤੁਹਾਡੇ ਕੋਲੋਂ। ਗਰੀਬ ਨਵਾਜ ਸਤਿਗੁਰੂ ਜੀ ਕਹਿਣ ਲੱਗੇ ਪੰਡਤ ਜੀ ਇੱਕ ਚੀਜ਼ ਮੰਗ ਲਓ, ਚਾਹੇ ਇਸ ਲੋਕ ਦੀ ਚਾਹੇ ਪਰਲੋਕ ਦੀ। ਪੰਡਤ ਜੀ ਬੜੇ ਸਿਆਣੇ ਸਨ, ਹੱਥ ਜੋੜ ਕੇ ਸਤਿਗੁਰਾਂ ਨੂੰ ਕਹਿਣ ਲੱਗੇ ਮਹਾਰਾਜ ਜੇ ਧਨ ਦੈ ਹੈ ਨਾਮ ਨਾ ਦੈ ਹੈ, ਨਾਮ ਬਿਨਾ ਜਨ ਜੰਮਪੁਰ ਜੈ ਹੈ। ਮਹਾਰਾਜ ਜੀ ਜੇ ਤੁਸੀਂ ਮਾਇਆ ਦੇ ਗੱਫੇ ਦੇ ਦਿੱਤੇ ਤੇ ਨਾਮ ਨਾ ਦਿੱਤਾ, ਭਜਨ ਨਾ ਦਿੱਤਾ, ਸਿਮਰਨ ਨਾ ਦਿੱਤਾ, ਤੇ ਮੈਂ ਭਜਨ ਸਿਮਰਨ ਤੋਂ ਬਿਨਾ ਜੰਮਪੁਰੀ ਨੂੰ ਜਾਵਾਂਗਾ। ਨਾਮ ਦਹਿ ਧਨ ਦੇਹ ਨਾ ਜਨ ਕੋ, ਧਨ ਬਹੀਨ ਜਨ ਜਗ ਨਾ ਸੁਹੈ ਹੈ। ਤੇ ਮਹਾਰਾਜ ਜੀ ਜੇ ਕੱਲਾ ਨਾਮ ਦੇ ਦਿੱਤਾ, ਧਨ ਨਾ ਦਿੱਤਾ, ਤੇ ਧਨ ਤੋਂ ਬਿਨਾ ਮੈਂ ਇਸ ਜਗਤ 'ਚ ਸ਼ੋਭਨੀਕ ਨਹੀਂ ਹੋਣਾ, ਲੋਕਾਂ ਨੇ ਮੈਨੂੰ ਮੂੰਹ ਨਹੀਂ ਲਾਉਣਾ। ਕਿਉਂਕਿ ਧਨ ਕਰਕੇ ਸੰਸਾਰ ਵਿੱਚ ਸਤਿਕਾਰ ਹੁੰਦਾ, ਇੱਜ਼ਤ ਹੁੰਦੀ ਹੈ। ਮਹਾਰਾਜ ਧਨ ਬਿਨਾ ਮੈਂ ਭੁੱਖਾ ਮਰਾਂਗਾ ਸੰਸਾਰ ਵਿੱਚ, ਤੇ ਲੋਕਾਂ ਨੇ ਇਹੀ ਕਹਿਣਾ ਗੁਰੂ ਅਮਰਦਾਸ ਸਾਹਿਬ ਦਾ ਸੇਵਕ ਭੁੱਖਾ ਪਿਆ ਮਰਦਾ। ਮਹਾਰਾਜ ਫਿਰ ਨਾ ਤੁਹਾਡੇ ਨੂੰ ਲਾਜ ਲੱਗਣੀ ਹੈ, ਕਿਰਪਾ ਕਰੋ ਇਹ ਦੋਵੇਂ ਰਾਹ ਬੜੇ ਨਿਰਮਲ ਨੇ, ਮੈਨੂੰ ਦੋਵੇਂ ਦਾਤਾਂ ਬਖਸ਼ ਕੇ ਨਵਾਜੋ। ਤਾਂ ਗੁਰੂ ਅਮਰਦਾਸ ਪਾਤਸ਼ਾਹ ਨੇ ਬਚਨ ਕੀਤੇ ਪੰਡਤ ਜੀ ਫਿਰ ਤੁਹਾਡਾ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਹੇਲਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਨੂੰ ਮਰਟਿਆਂ ਦੇ ਗੁਰੂ ਸਵਾਮੀ ਸਮਰੱਥ ਰਾਮਦਾਸ ਜੀ ਨੇ ਪੁੱਛਿਆ ਮਹਾਰਾਜ ਜੀ ਇਹ ਧਨ ਦਾ ਕੀ ਮਤਲਬ ਹੈ? ਤੇ ਗੁਰਦੇਵ ਨੇ ਬਚਨ ਕੀਤਾ ਸੀ ਕਿ ਧਨ ਗੁਜਰਾਨ ਹੈ, ਗੁਜਰਾਨ ਵਾਸਤੇ ਵੀ ਚਾਹੀਦਾ। ਸਹਿਬੇ ਕਮਾਲ ਗੁਰੂ ਕਲਗੀਧਰ ਪੰਥ ਦੇ ਵਾਲੀ, ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਬਾਣੀ ਸ੍ਰੀ ਸਰਬਲੋ ਗ੍ਰੰਥ ਵਿੱਚ ਬਚਨ ਲਿਖੇ ਨੇ। ਮਹਾਰਾਜ ਜੀ ਕਹਿੰਦੇ ਆਦ ਭਵਾਨੀ ਈਸ਼ਵਰੀ ਮਾਇਆ ਜਾ ਕੋ ਨਾਮ, ਤਿਸ ਬਿਨ ਸਰੈ ਨਾ ਏਕ ਛਿਨ ਪੂਰਨ ਹੋਤ ਨਾ ਕਾਮ। ਇਹ ਪਰਮਾਤਮਾ ਦੀ ਸ਼ਕਤੀ ਹੈ, ਜਿਹੜਾ ਧਨ ਵੀ ਹੈ ਮਾਇਆ ਇਹ ਪਰਮੇਸ਼ਰ ਦੀ ਸ਼ਕਤੀ ਹੈ, ਇਹਦੇ ਬਿਨਾਂ ਵੀ ਨਹੀਂ ਸਰਦਾ। ਜੇ ਕੋਈ ਵਿਅੰਗਮ ਵਿਰਕਤ ਵੀ ਹੋਵੇ ਤਾਂ ਉਹਨੂੰ ਵੀ ਆਪਣੀ ਲੋੜ ਪੂਰੀ ਕਰਨ ਵਾਸਤੇ ਤਾਂ ਚਾਹੀਦੀ ਹੈ ਨਾ, ਰੋਜੀ ਰੋਟੀ ਤਾਂ ਸਾਰਿਆਂ ਨੂੰ ਚਾਹੀਦੀ ਹੈ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਧਨ ਗੁਜਰਾਨ ਹੈ, ਪਰ ਜਦੋਂ ਬੰਦਾ ਜੋੜਨ ਦੀ ਬਿਰਤੀ ਰੱਖ ਕੇ ਟੇਢੇ ਤਰੀਕਿਆਂ ਨਾਲ 2 ਨੰਬਰ ਦੀ ਕਮਾਈ ਦੇ ਤਰੀਕੇ ਨਾਲ ਲੋਕਾਂ ਦੇ ਗਲ ਵੱਢ ਕੇ ਜਾਂ ਲੋਕਾਂ ਦਾ ਹੱਕ ਖਾ ਕੇ ਆਪਣੇ ਘਰ ਭਰਦਾ ਹੈ, ਉੱਥੇ ਫਿਰ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਬਚਨ ਕਰਦੇ ਨੇ ਕਾਚਾ ਧਨ ਸੰਚਹਿ ਮੂਰਖ ਗਾਵਾਰ। ਗਵਾਰ ਤੇ ਮੂਰਖ ਨਾ ਸਮਝ ਮਨੁੱਖ ਇਸ ਕੱਚੇ ਧਨ ਨੂੰ ਇਕੱਠਾ ਕਰਨ ਵਾਸਤੇ ਯਤਨਸ਼ੀਲ ਰਹਿੰਦਾ। ਇਸ ਕੱਚੇ ਧਨ ਨੂੰ ਇਕੱਠਾ ਕਰਨ ਵਾਸਤੇ ਹਰ ਵੇਲੇ ਭੱਜ ਨੱਠ ਕਰਦਾ ਹੈ, ਔਰ ਕਿਸੇ ਨਾ ਕਿਸੇ ਤਰੀਕੇ ਨਾਲ ਦੁਰਾਚਾਰ ਦੇ ਤਰੀਕੇ ਨਾਲ, ਭੈੜੇ ਤਰੀਕੇ ਦੇ ਨਾਲ, ਭ੍ਰਸ਼ਟਾਚਾਰ ਦੇ ਤਰੀਕੇ ਦੇ ਨਾਲ ਪਾਪ ਕਰਮ ਕਰਕੇ ਜਿਵੇਂ ਮਲਕ ਭਾਗੋ ਨੇ ਇਕੱਠੇ ਕੀਤੇ ਸਨ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਲਕ ਭਾਗੋ ਦੀ ਰੋਟੀ ਪ੍ਰਵਾਨ ਨਹੀਂ ਸੀ ਕੀਤੀ। ਆਖਿਆ ਮਲਕ ਭਾਗੋ ਤੇਰੇ ਇਸ ਪ੍ਰਸ਼ਾਦੇ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਗਰੀਬਾਂ ਦਾ ਖੂਨ ਹੈ, ਉਹ ਅਸੀਂ ਨਹੀਂ ਖਾ ਸਕਦੇ, ਜਿਸ ਨੂੰ ਖਾ ਕੇ ਭੱਖ ਕੇ ਸਾਰਾ ਪੁੰਨ ਸਾਰਾ ਜਪ ਤਪ ਨਸ਼ਟ ਭ੍ਰਸ਼ਟ ਹੋ ਜਾਏਗਾ। ਇਹ ਬਚਨ ਗੁਰਦੇਵ ਨੇ ਕਹੇ ਜੋ ਜਨਮ ਸਾਖੀ ਵਿੱਚ ਦਰਜ ਨੇ। ਸਾਹਿਬ ਕਹਿੰਦੇ ਕੱਚਾ ਧਨ ਹੈ, ਮੂਰਖ ਤੇ ਗਵਾਰ ਇਸ ਨੂੰ ਇਕੱਠਾ ਕਰਨ ਦੀ ਬਿਰਤੀ ਰੱਖਦੇ ਹਨ। ਮਨ ਮੁਖ ਭੁੱਲੇ ਅੰਧ ਗਵਾਰ, ਤੀਸਰੇ
ਗੁਰਦੇਵ ਜਿਹੜੇ ਬਚਨ ਉਚਾਰਨ ਕਰ ਰਹੇ ਨੇ ਗੁਰੂ ਖਾਲਸਾ ਜੀ, ਉਹ ਤਾਂ ਆਪ ਐਸੇ ਸੁਭਾਅ ਦੇ ਮਾਲਕ ਕਿ ਰਾਤ ਨੂੰ ਘੜਿਆਂ ਵਿੱਚੋਂ ਪਾਣੀ ਵੀ ਰੋੜ ਕੇ ਮੂਧੇ ਮਰਵਾ ਦਿੰਦੇ ਕਿ ਕੱਲ ਸਵੇਰ ਹੋਵੇਗੀ ਤੇ ਪਰਮੇਸ਼ਰ ਹੋਰ ਭੇਜੇਗਾ। ਇੰਨਾ ਅਕਾਲ ਪੁਰਖ ਤੇ ਭਰੋਸਾ, ਇਤਨਾ ਤਿਆਗੀ ਜੀਵਨ ਮੇਰੇ ਸਤਿਗੁਰੂ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਦਾ। ਮਹਾਰਾਜ ਜੀ ਕਹਿੰਦੇ ਜਿਹੜੇ ਮਨਮੁਖ ਨੇ ਉਹ ਭੁੱਲੇ ਹੋਏ ਨੇ, ਉਹ ਮਨ ਕਰਕੇ ਵੀ ਅੰਨੇ ਨੇ ਔਰ ਨੇਤਰਾਂ ਕਰਕੇ ਵੀ ਅੰਨੇ ਹਨ, ਗਵਾਰ ਹਨ। ਜਿਹੜੇ ਪ੍ਰਮਾਤਮਾ ਦੇ ਮਾਰਗ ਤੋਂ ਖੁੰਝ ਕੇ, ਪਰਮਾਰਥ ਦੇ ਰਸਤੇ ਤੋਂ ਖੁੰਝ ਕੇ ਭੈੜਿਆਂ ਮਾਰਗਾਂ ਦੇ ਉੱਤੇ, ਭੈੜਿਆਂ ਰਾਹਾਂ ਦੇ ਉੱਤੇ ਚੱਲ ਰਹੇ ਹਨ। ਵਿਖਿਆ ਕੈ ਧਨ ਸਦਾ ਦੁਖ ਹੋਏ। ਵਿਖਿਆ ਦਾ ਧਨ ਜਦੋਂ ਸਤਿਗੁਰਾਂ ਨੇ ਕਿਹਾ ਨਾ, ਇਹਦਾ ਮਤਲਬ ਹੈ ਮਾੜੇ ਤਰੀਕੇ ਨਾਲ ਕਮਾਇਆ ਪੈਸਾ, ਭੈੜੇ ਤਰੀਕੇ ਨਾਲ, ਰਿਸ਼ਵਤਖੋਰੀ ਨਾਲ, ਕਿਸੇ ਦਾ ਗਲ ਵੱਢ ਕੇ, ਕਿਸੇ ਗਰੀਬ ਦੀ ਮਜਬੂਰੀ ਦਾ ਫਾਇਦਾ ਉਠਾ ਕੇ, ਉਹ ਜਿਹੜਾ ਵਿਖਿਆ ਦਾ ਧਨ ਹੈ ਨਾ, ਜਿਹੜਾ ਟੇਢੇ ਤਰੀਕੇ ਨਾਲ ਕਮਾਇਆ ਹੋਇਆ, ਮਾੜੇ ਭੈੜੇ ਕਰਮ ਕਰਕੇ, ਮਹਾਰਾਜ ਜੀ ਕਹਿੰਦੇ ਉਹ ਸਦਾ ਦੁੱਖ ਹੀ ਦਿੰਦਾ ਹੈ। ਵਿਖਿਆ ਕੈ ਧਨ ਸਦਾ ਦੁੱਖ ਹੋਏ। ਜਿਹੜਾ ਵਿਸ਼ਿਆਂ ਵਿਕਾਰਾਂ ਕਰਕੇ ਕਮਾਇਆ ਧਨ ਹੈ ਜਾਂ ਮਾੜੇ ਭੈੜੇ ਤਰੀਕਿਆਂ ਨਾਲ ਕਮਾਇਆ ਪੈਸਾ ਹੈ, ਪਾਤਸ਼ਾਹ ਕਹਿੰਦੇ ਉਹ ਹਮੇਸ਼ਾ ਦੁਖਦਾਈ ਹੁੰਦਾ, ਉਹ ਦੁੱਖ ਦਿੰਦਾ ਹੈ। ਸਿਆਣਿਆਂ ਦੀਆਂ ਕਹਾਵਤਾਂ ਨੇ, ਕਹਿੰਦੇ ਹੱਥਾਂ ਨਾਲ ਬੰਨੀਆਂ ਫਿਰ ਮੂੰਹਾਂ ਨਾਲ ਖੋਲਣੀਆਂ ਪੈਂਦੀਆਂ। ਮਾੜੇ ਭੈੜੇ ਤਰੀਕੇ ਨਾਲ ਕਮਾਏ ਹੋਏ ਪੈਸੇ ਦਾ ਲੇਖਾ ਜੋਖਾ ਉਹ ਅੱਗੇ ਉਹਨਾਂ ਦੀਆਂ ਸੰਤਾਨਾਂ ਨੂੰ ਭੁਗਤਣਾ ਪੈਂਦਾ। ਜਦੋਂ ਜ਼ਹਿਰ ਲਿਆ ਕੇ ਬੱਚਿਆਂ ਨੂੰ ਖਵਾਉਣਾ ਹੈ ਤਾਂ ਫਿਰ ਉਹਨਾਂ ਬੱਚਿਆਂ ਨੇ ਉਸ ਜ਼ਹਿਰ ਨੂੰ ਖਾ ਕੇ ਦੇਵਤੇ ਥੋੜੀ ਬਣਨਾ, ਉਹਨਾਂ ਨੇ ਵੀ ਤਾਂ ਉਹੀ ਰਾਖਸ਼ੀ ਬਿਰਤੀ ਰੱਖਣੀ ਆ ਨਾ, ਭੈੜੀ ਬਿਰਤੀ ਰੱਖ ਕੇ ਮਾੜੇ ਭੈੜੇ ਰਾਹਾਂ ਤੇ ਚੱਲਣਾ। ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਵਿਖਿਆ ਦਾ ਧਨ ਹੈ, ਇਹ ਸਦਾ ਦੁਖਦਾਈ ਹੈ, ਇਹ ਸਦਾ ਹੀ ਦੁੱਖ ਦਿੰਦਾ ਹੈ। ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਾਹਿਬ ਕਹਿੰਦੇ ਨਾ ਤਾਂ ਨਾਲ ਜਾਣਾ ਤੇ ਨਾ ਹੀ ਉੱਥੇ ਪ੍ਰਾਪਤ ਹੋਣਾ ਜਿੱਥੇ ਲੇਖਾ ਦੇਣਾ। ਮਹਾਰਾਜ ਜੀ ਭਗਤ ਜੀ ਦੇ ਬਚਨ ਨੇ, ਕਹਿੰਦੇ ਜਦੋਂ ਜਮਦੂਤ ਆਏ ਨਾ ਲੈਣ, ਉਹਨਾਂ ਨੂੰ ਕਹਿੰਦਾ ਵੀ ਥੋੜਾ ਜਿਹਾ ਠਹਿਰ ਜੋ, ਵੀ ਅੱਜ ਦੀ ਰਾਤ ਮੈਨੂੰ ਮੇਰਾ ਕੰਮ ਕਾਰ ਨਿਬੇੜ ਲੈਣ ਦਿਓ ਤੇ ਕੱਲ ਸਵੇਰ ਦੀ ਜਿਹੜੀ ਨਮਾਜ਼ ਹੈ ਉਹ ਮੈਂ ਰਸਤੇ 'ਚ ਸਰਾਂ 'ਚ ਗੁਜ਼ਾਰ ਲਵਾਂਗਾ, ਵੀ ਮੈਨੂੰ ਥੋੜੀ ਮੋਹਲਤ ਦੇ ਦਿਓ। ਜਮ ਅੱਗੋਂ ਕਹਿੰਦੇ ਆ ਸਜਣਾ ਵੀ ਮੋਹਲਤ ਨਹੀਂ, ਤੈਨੂੰ ਹੁਕਮ ਆਇਆ ਵੀ ਹੁਣੇ ਚੱਲ। ਇਹ ਫਿਰ ਕਹਿੰਦਾ ਜੇ ਹੌਸਲਾ ਕਰ ਲਓ ਤੇ ਆ ਮੈਂ 2 ਪੈਸੇ ਕਮਾਉਣੇ ਆ ਤੇ ਇਹਦੇ ਵਿੱਚੋਂ ਥੋੜਾ ਬਹੁਤਾ ਖਰਚਾ ਤੁਹਾਨੂੰ ਵੀ ਦੇ ਦਿਆਂਗਾ। ਜਿਹੜੀਆਂ ਬਿਰਤੀਆਂ ਪਈਆਂ ਹੁੰਦੀਆਂ ਸੰਸਾਰ 'ਚ ਲੋਕਾਂ ਨੂੰ, ਵੀ ਚਾਹ ਪਾਣੀ ਕਰ ਦਿਆਂਗੇ ਤੁਹਾਡਾ ਮਹਾਰਾਜ। ਉਹ ਕਹਿੰਦੇ ਆ ਵੀ ਸੱਜਣਾ ਇਹ ਇੱਥੇ ਤੇਰਾ ਚੱਲਦਾ ਹੋਣਾ, ਉੱਥੇ ਨਹੀਂ ਚੱਲਣਾ ਜਿੱਥੇ ਤੂੰ ਤੈਨੂੰ ਲੈ ਕੇ ਚੱਲੇ। ਇਹ ਉੱਥੇ ਪ੍ਰਾਪਤ ਨਹੀਂ ਹੁੰਦਾ। ਉੱਥੇ ਤਾਂ ਜਿਹੜੇ ਇਸ ਜੀਵ ਦੇ ਕੀਤੇ ਹੋਏ ਕਰਮ ਨੇ ਉਹਨਾਂ ਨੇ ਸਾਖੀ ਬਣਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਇਸ ਮਨੁੱਖ ਦੇ ਕੀਤੇ ਕਰਮ ਨੇ ਨਾ ਜੀਵ ਦੇ, ਉਹਨਾਂ ਕਰਮਾਂ ਨੇ ਸਾਖੀ ਬਣਨਾ ਉੱਥੇ, ਵੀ ਕਰਮ ਕਿਹੜੇ ਹਨ ਇਹਦੇ, ਇਹ ਕਿਹੜੇ ਕਰਮਾਂ ਵਿੱਚ ਪ੍ਰਵਿਰਤ ਹੋਇਆ। ਕੀਤੇ ਹੋਏ ਕਰਮਾਂ ਨੇ ਐਨ ਸਾਹਮਣੇ ਆ ਕੇ ਖਲੋਣਾ, ਉਹਨਾਂ ਨੇ ਖੁਦ ਪੁਕਾਰ ਕੇ ਕਹਿਣਾ ਇਹਨੇ ਆਹ ਕਰਮ ਕੀਤਾ ਜੀ, ਇਹਨੇ ਆਹ ਕੀਤਾ ਹੋਇਆ। ਉੱਥੇ ਸੰਸਾਰ ਦਾ ਜਿਹੜਾ ਇਹ ਪੈਸਾ ਧਨ ਦੌਲਤ ਹੈ, ਮਹਾਰਾਜ ਜੀ ਕਹਿੰਦੇ ਭਾਈ ਇੱਥੇ ਹੀ ਰਹਿ ਜਾਣਾ, ਇਹ ਉੱਥੇ ਪ੍ਰਾਪਤ ਨਹੀਂ ਹੋਣਾ। ਸੱਚਾ ਧਨ ਗੁਰਮਤਿ ਪਾਏ। ਜਿਹੜਾ ਇਹ ਸੱਚਾ ਧਨ ਹੈ ਨਾ, ਪਰਮੇਸ਼ਰ ਦੇ ਨਾਮ ਦਾ ਖਜ਼ਾਨਾ, ਇਹ ਸੱਚਾ ਧਨ, ਇਹ ਸੱਚਾ ਧਨ ਗੁਰੂ ਦੀ ਮੱਤ ਨਾਲ ਪ੍ਰਾਪਤ ਹੁੰਦਾ ਹੈ। ਆ ਜਿਹੜੇ ਤੁਸੀਂ ਬਚਨ ਸੁਣ ਰਹੇ ਹੋ ਗੁਰਬਾਣੀ ਦੇ, ਇਹ ਗੁਰੂ ਕੀ ਮੱਤ ਹੈ, ਇਹ ਸਤਿਗੁਰਾਂ ਦੀ ਮੱਤ ਹੈ। ਮਹਾਰਾਜ ਜੀ ਦੇ ਜਿਤਨੇ ਬਚਨ ਨੇ ਏਕ ਓੰਕਾਰ ਤੋਂ ਲੈ ਕੇ 18, 10, 20 ਤੱਕ, ਇਹ ਗੁਰੂ ਕੀ ਮੱਤ ਹੈ। ਔਰ ਇਹ ਜਿਹੜਾ ਸੱਚਾ ਧਨ ਹੈ ਪਰਮੇਸ਼ਰ ਦਾ ਨਾਮ,
ਇਹ ਨਾਮ ਧਨ, ਸੱਚਾ ਧਨ ਗੁਰੂ ਦੀ ਮੱਤ ਨਾਲ ਪ੍ਰਾਪਤ ਹੋਣਾ। ਜਦੋਂ ਗੁਰੂ ਕੀ ਮੱਤ ਅੰਦਰ ਆਵੇਗੀ ਤਾਂ ਇਹ ਨਾਮ ਧਨ ਹਿਰਦੇ 'ਚ ਵਸੇਗਾ। ਜਦੋਂ ਤੱਕ ਮਨਮਤ ਨੂੰ ਨਹੀਂ ਤਿਆਗਦੇ, ਮਨਮਤ ਨੂੰ ਧਾਰਨ ਕੀਤਾ ਹੋਇਆ, ਆਪ ਹੁਦਰੀਆਂ ਬਿਰਤੀਆਂ ਰੱਖੀਆਂ ਹੋਈਆਂ ਨੇ, ਉਦੋਂ ਤੱਕ ਹਰੀ ਪਰਮੇਸ਼ਰ ਦਾ ਨਾਮ ਹਿਰਦੇ 'ਚ ਨਹੀਂ ਟਿਕਦਾ। ਪਰਮੇਸ਼ਰ ਦਾ ਨਾਮ ਹਿਰਦੇ 'ਚ ਤਾਂ ਟਿਕੇਗਾ ਜੇ ਸੱਚੀ ਮੱਤ, ਗੁਰੂ ਕੀ ਮੱਤ ਨੂੰ ਧਾਰਨ ਕਰਾਂਗੇ। ਇਸ ਕਰਕੇ ਗੁਰਦੇਵ ਕਹਿੰਦੇ ਸਾਚਾ ਧਨ ਗੁਰਮਤੀ ਪਾਏ। ਇਹ ਸੱਚਾ ਧਨ ਹੈ ਭਾਈ, ਨਾਮ ਧਨ, ਇਹ ਗੁਰੂ ਦੀ ਮੱਤ ਨਾਲ ਪ੍ਰਾਪਤ ਹੁੰਦਾ ਹੈ। ਕੱਚਾ ਧਨ ਫੁਨ ਆਵੇ ਜਾਏ। ਆ ਜਿਹੜਾ ਕੱਚਾ ਧਨ ਹੈ ਸੰਸਾਰ ਦਾ, ਇਹ ਤਾਂ ਆਉਂਦਾ ਜਾਂਦਾ ਰਹਿੰਦਾ, ਇਹ ਸदैवी ਨਹੀਂ ਨਾ ਹੈ, ਇਹ ਆਉਂਦਾ ਜਾਂਦਾ ਰਹਿੰਦਾ, ਕਦੇ ਆ ਗਿਆ ਕਦੇ ਚਲਾ ਗਿਆ, ਇਹ ਸਥਿਰ ਨਹੀਂ ਹੈ। ਕੇਵਲ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਧਨ ਹੀ ਸੱਚਾ ਹੈ, ਜਿਹੜਾ ਸदैवी ਸਥਿਰ ਹੈ। ਰਹਾਉ ਮਨ ਮੁਖ ਭੁੱਲੇ ਸਭ ਮਰੇ ਗਵਾਰ। ਪਾਤਸ਼ਾਹ ਕਹਿੰਦੇ ਜਿਹੜੇ ਮਨਮੁਖ ਲੋਕ ਨੇ ਨਾ, ਮਨ ਪਿੱਛੇ ਚੱਲਣ ਵਾਲੇ, ਮਨਮੁਖ, ਜਿਨ੍ਹਾਂ ਦਾ ਮੂੰਹ ਮਨ ਵੱਲ ਰਹਿੰਦਾ। ਮਨ ਕੀ ਹੈ? ਮਨ ਸਾਡੇ ਫੁਰਨੇ ਕਫੁਰਨੇ ਨੇ, ਸਾਡੇ ਸੰਕਲਪ ਵਿਕਲਪ ਜਿਹੜੇ ਨੇ, ਸੰਕਲਪੋ ਵਿਕਲਪਾ ਹੀ ਮਨ। ਸਾਡੇ ਜਿੰਨੇ ਸੰਕਲਪ ਵਿਕਲਪ ਨੇ ਉਹੀ ਮਨ ਹੈ। ਔਰ ਗੁਰੂ ਖਾਲਸਾ ਜੀ ਜਿਹੜਾ ਇਹ ਮਨ ਹੈ ਨਾ, ਇਹ ਪੰਜਾਂ ਤੱਤਾਂ ਦੇ ਸਤੋ ਗੁਣ ਤੋਂ ਬਣਿਆ। ਪੰਜ ਤੱਤ ਨੇ ਨਾ, ਆਕਾਸ਼ ਜਲ ਵਾਯੂ, ਇਹ ਜਿਹੜੇ ਪੰਜ ਤੱਤ ਨੇ ਨਾ, ਪੰਜਾਂ ਤੱਤਾਂ ਦੇ ਸਤੋ ਗੁਣ ਤੋਂ ਸਾਡਾ ਮਨ ਬਣਿਆ, ਇਸ ਮਟੀਰੀਅਲ ਤੋਂ। ਰਜੋ ਗੁਣ ਤੋਂ ਸਾਡੀਆਂ ਇੰਦਰੀਆਂ ਬਣੀਆਂ ਨੇ, ਆ ਜਿਹੜੀਆਂ ਅੱਖਾਂ ਵਗੈਰਾ ਨੇ, ਹੱਥ ਨੇ, ਪੈਰ ਨੇ, ਨਾਸਕਾ ਹੈ। ਜਿਹੜਾ ਪੰਜਾਂ ਤੱਤਾਂ ਦਾ ਤਮੋ ਗੁਣ ਆ, ਉਹਦੇ ਤੋਂ ਆ ਬਾਹਰਲਾ ਸਰੀਰ ਬਣਿਆ ਸਾਰਾ। ਇਹ ਪੰਜ ਤੱਤਾਂ ਦੀ ਘਾੜਤ ਪਰਮੇਸ਼ਰ ਨੇ ਬਣਾਈ ਹੈ। ਪੰਜਾਂ ਤੱਤਾਂ ਦੇ ਰਜੋ ਗੁਣ ਤੋਂ ਇੰਦਰੀਆਂ ਬਣੀਆਂ ਨੇ, ਤਮੋ ਗੁਣ ਤੋਂ ਸਰੀਰ ਬਣਿਆ, ਤੇ ਸਤੋ ਗੁਣ ਤੋਂ ਸਾਡਾ ਮਨ ਬਣਿਆ, ਜਿਹਨੂੰ ਆਪਾਂ ਅੰਤਸ਼ਕਰਨ ਕਹਿੰਦੇ ਆ। ਇਸੇ ਕਰਕੇ ਵਿਚਾਰ ਚੱਲਦੀ, ਜਿੱਥੇ ਸਤੋ ਗੁਣ ਵੱਧ ਹੋਵੇਗਾ ਉੱਥੇ ਵਿਚਾਰ ਹੁੰਦੀ ਆ, ਉੱਥੇ ਵਿਵੇਕ ਹੁੰਦਾ। ਸਾਤਵਿਕ ਬਿਰਤੀ ਹੋਵੇਗੀ, ਤੁਹਾਡਾ ਖਾਣਾ ਸਾਤਵਿਕ ਹੋਵੇਗਾ, ਤੁਹਾਡਾ ਪਹਿਰਾਵਾ ਸਾਤਵਿਕ ਹੋਵੇਗਾ, ਤੁਹਾਡਾ ਵਿਵਹਾਰ ਸਾਤਵਿਕ ਹੋਵੇਗਾ, ਉਤਨੀ ਹੀ ਬਿਰਤੀ ਸ਼ੁੱਧ ਹੋਵੇਗੀ, ਅੰਤःਕਰਨ ਸ਼ੁੱਧ ਹੋਵੇਗਾ। ਤੋ ਸਤੋ ਗੁਣ ਤੋਂ ਬਣਿਆ ਇਹ ਮਨ। ਪਰ ਇਸ ਮਨ ਦੇ ਵਿੱਚ ਮਲਨ ਭਾਵ ਜਿਹੜੇ ਨੇ, ਕਈ ਜਨਮਾਂ ਜਨਮਾਂਤਰਾਂ ਦੇ ਸੰਸਕਾਰ ਨੇ, ਪਾਪ ਕਰਮਾਂ ਦੇ, ਉਹਦੇ ਕਰਕੇ ਮਾੜੇ ਭੈੜੇ ਫੁਰਨੇ ਇਸ ਮਨ 'ਚ ਪੈਦਾ ਹੁੰਦੇ ਆ। ਤੇ ਮਹਾਰਾਜ ਜੀ ਕਹਿੰਦੇ ਜਿਹੜਾ ਮਨਮੁਖ ਹੈ ਉਹ ਇਸ ਮਨ ਦੇ ਪਿੱਛੇ ਚੱਲਦਾ, ਉਹਨਾਂ ਮਾੜੇ ਫੁਰਨਿਆਂ ਦੇ ਪਿੱਛੇ ਚੱਲਦਾ, ਔਰ ਉਸ ਪਿੱਛੇ ਲੱਗ ਕੇ ਇਹਨੂੰ ਸਾਰਾ ਕੁਝ ਭੁੱਲਿਆ ਹੋਇਆ। ਮਨਮੁਖ ਭੁੱਲੇ, ਇਹ ਭੁੱਲਿਆ ਹੋਇਆ। ਤੇ ਸਭ ਮਰਹਿ ਗਵਾਰ, ਇਹ ਗਵਾਰ ਨਾ ਸਮਝ ਜਿਹੜੇ ਨੇ, ਫਿਰ ਇਹ ਅਖੀਰ ਨੂੰ ਮਰ ਜਾਣਗੇ, ਮੁੱਕ ਜਾਣਗੇ। ਇਹ ਭੁੱਲੇ ਹੋਏ ਹੀ ਮੁੱਕ ਜਾਣਗੇ, ਮਰ ਜਾਣਗੇ। ਭਉ ਜਲ ਡੁੱਬੇ ਨਾ ਉਰਵਾਰ ਨਾ ਪਾਰ। ਇਹੋ ਜਿਹੇ ਜਿਹੜੇ ਮਨਮੁਖ ਨੇ ਉਹ ਇਹ ਸੰਸਾਰ ਰੂਪੀ ਭਵ ਜਲ 'ਚ ਡੁੱਬ ਜਾਂਦੇ ਆ, ਨਾ ਉਹਨਾਂ ਨੂੰ ਉਰਾਰਲਾ ਕਿਨਾਰਾ ਮਿਲਦਾ ਤੇ ਨਾ ਪਾਰਲਾ, ਨਾ ਉਰਲੇ ਪਾਸੇ ਕਿਨਾਰੇ ਤੇ ਦਿਸਦਾ ਉਹਨਾਂ ਨੂੰ ਕੋਈ ਕਿਨਾਰਾ, ਤੇ ਨਾ ਪਾਰਲਾ ਕੋਈ ਕਿਨਾਰਾ ਨਜ਼ਰ ਆਉਂਦਾ। ਉਹ ਡੁੱਬ ਜਾਂਦੇ ਆ ਇਸ ਭਵਜਲ 'ਚ, ਸੰਸਾਰ 'ਚ। ਸਤਿਗੁਰ ਭੇਟੇ ਪੂਰੇ ਭਾਗ। ਪੂਰਿਆਂ ਭਾਗਾਂ ਵਾਲਿਆਂ ਨੂੰ ਸਤਿਗੁਰਾਂ ਦਾ ਮੇਲ ਪ੍ਰਾਪਤ ਹੁੰਦਾ। ਸਤਿਗੁਰ ਭੇਟੇ ਪੂਰਾ ਭਾਗ। ਪੂਰੇ ਭਾਗਾਂ ਕਰਕੇ, ਵੱਡਿਆਂ ਭਾਗਾਂ ਕਰਕੇ ਸਤਿਗੁਰਾਂ ਦੇ ਨਾਲ ਮੇਲ ਪ੍ਰਾਪਤ ਹੁੰਦਾ। ਜਿਨ੍ਹਾਂ ਦੇ ਭਾਗ ਸਵੱਲੇ ਨੇ ਉਹਨਾਂ ਨੂੰ ਗੁਰੂ ਕੀ ਸੰਗਤ ਮਿਲਦੀ ਹੈ, ਗੁਰੂ ਦਾ ਮੇਲ ਪ੍ਰਾਪਤ ਹੁੰਦਾ। ਗੁਰ ਪੂਰਾ ਭੇਟਿਓ ਵਡ ਭਾਗੀ, ਮਨਹਿ ਭਇਆ ਪ੍ਰਗਾਸਾ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਜਿਨ੍ਹਾਂ ਦੇ ਭਾਗ ਸਵੱਲੇ ਹੋਣ, ਜਿਨ੍ਹਾਂ ਦੇ ਭਾਗ ਵੱਡੇ ਹੋਣ, ਉਹਨਾਂ ਨੂੰ ਸਤਿਗੁਰਾਂ ਦਾ ਮੇਲ ਪ੍ਰਾਪਤ ਹੁੰਦਾ ਹੈ। ਸਾਚਰ ਤੇ ਅਹਨ ਸੁ ਬੈਰਾਗ। ਜਿਹੜੇ
ਗੁਰੂ ਨਾਲ ਮਿਲ ਜਾਂਦੇ ਆ ਉਹ ਸੱਚ 'ਚ ਰੰਗੇ ਜਾਂਦੇ, ਸਾਚ ਰਤੇ ਸੱਚ 'ਚ ਰੰਗੇ ਜਾਂਦੇ ਹਨ। ਸੱਚ ਕੀ ਹੈ? ਸੱਚ ਹੈ ਸਤਿਗੁਰਾਂ ਦਾ ਅੰਮ੍ਰਿਤ ਨਾਮ, ਸਤਿਨਾਮ ਸ੍ਰੀ। ਉਹ ਇਹਦੇ 'ਚ ਰੰਗੇ ਜਾਂਦੇ ਆ, ਔਰ ਇਹਦੇ 'ਚ ਰੰਗੇ ਹੋਏ ਰਾਤ ਦਿਨ ਵੈਰਾਗ ਵਿੱਚ ਵਿਚਰਦੇ। ਅਹਨਿਸ ਬੈਰਾਗ, ਰਾਤ ਦਿਨ ਵੈਰਾਗ ਵਿੱਚ ਰਹਿੰਦੇ ਆ, ਯਾਨੀ ਕਿ ਨਿਰਚਾਵਾਨ ਹੋ ਕੇ, ਨਿਰਖਵਾਹਿਸ਼ ਹੋ ਕੇ ਰਹਿੰਦੇ। ਉਹਨਾਂ ਅੰਦਰ ਕੋਈ ਖਵਾਹਿਸ਼, ਕੋਈ ਚਾਹਨਾ ਨਹੀਂ ਹੁੰਦੀ। ਗੁਰੂ ਖਾਲਸਾ ਜੀ, ਭਜਨ ਕਰਦਿਆਂ ਨਾਮ ਜਪਦਿਆਂ ਜੇ ਹਿਰਦੇ 'ਚ ਵਿਰਾਗ ਨਹੀਂ ਤਾਂ ਵੀ ਗੱਲ ਨਹੀਂ ਬਣਦੀ। ਨਾਮ ਜਪਦਿਆਂ ਜਪਦਿਆਂ ਭਜਨ ਕਰਦਿਆਂ ਹਿਰਦੇ 'ਚ ਵਿਰਾਗ ਹੋਣਾ ਅਤੀ ਜ਼ਰੂਰੀ ਹੈ ਕਿ ਜਦੋਂ ਪਦਾਰਥਾਂ ਦੀ ਪਕੜ ਬਣੀ ਰਹੇਗੀ, ਵਸਤੂਆਂ ਦੀ ਪਕੜ ਬਣੀ ਰਹੇਗੀ ਤਾਂ ਨਾਮ 'ਚ ਸੁਰਤ ਨਹੀਂ ਲੱਗਣੀ। ਤੋ ਮਹਾਂਪੁਰਸ਼ ਦੱਸਦੇ ਹੈ ਕਿ ਵਿਰਾਗ ਪਰਮਾਰਥ ਦੇ ਰਸਤੇ ਤੇ ਚੱਲਣ ਵਾਸਤੇ ਸਹਾਈ ਹੁੰਦਾ ਹੈ। ਇਹਦੀ ਸਹਾਇਤਾ ਦੇ ਨਾਲ ਅੱਗੇ ਪਰਮਾਰਥ ਦੇ ਰਸਤੇ ਤੇ ਟੁਰਿਆ ਜਾਂਦਾ ਹੈ। ਇਹ ਮਦਦਗਾਰ ਹੁੰਦਾ ਹੈ। ਨੌਵੇਂ ਪਾਤਸ਼ਾਹ ਦਾ ਸਾਰਾ ਜੀਵਨ ਵਿਰਾਗਮਈ ਹੈ। ਵਿਰਾਗ ਦੇ ਵਿੱਚ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਉਚਾਰਦੇ ਹਨ। ਔਰ ਮੇਰੇ ਸਾਹਿਬ ਦਾ ਵਿਰਾਗ ਉੱਤਮ ਵਿਰਾਗ ਹੈ, ਤੀਵਰ ਵਿਰਾਗ ਹੈ। ਵਿਰਾਗ ਤਾਂ ਸਾਡੇ ਅੰਦਰ ਵੀ ਕਦੇ ਕਦੇ ਮਾੜਾ ਮੋਟਾ ਆ ਹੀ ਜਾਂਦਾ। ਕੋਈ ਸ਼ਬਦ ਸੁਣਦਿਆਂ, ਕੀਰਤਨ ਸੁਣਦਿਆਂ, ਕਥਾ ਸੁਣਦਿਆਂ, ਪਰ ਉਹ ਸਦਾ ਨਹੀਂ ਰਹਿੰਦਾ। ਕੁਝ ਸਮੇਂ ਬਾਅਦ ਉਹ ਵਿਰਾਗ ਮੰਦ ਹੋ ਜਾਂਦਾ, ਖਤਮ ਹੋ ਜਾਂਦਾ। ਆਮ ਸ਼ਬਦਾਂ ਵਿੱਚ ਉਸ ਵਿਰਾਗ ਨੂੰ ਕਿਹਾ ਜਾਂਦਾ ਗਧਾ ਵਿਰਾਗ, ਜਿਹੜਾ ਝੱਟ ਦੀ ਝੱਟ ਆਉਂਦਾ। ਤੀਵਰ ਵਿਰਾਗ ਕਿਤੇ ਆ ਜਾਵੇ ਤਾਂ ਉਹ ਵਿਰਾਗ ਫਿਰ ਕਿਸੇ ਵਸਤੂ ਦੇ ਨਾਲ ਪਕੜ ਨੂੰ ਨਹੀਂ ਬਣਨ ਦਿੰਦਾ। ਅਨੰਦਪੁਰ ਸਾਹਿਬ ਛੱਡਣ ਵੇਲੇ ਮੇਰੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਕੋਈ ਬਹੁਤ ਖੇਚਲ ਨਹੀਂ ਕਰਨੀ ਪਈ। ਕਰੋੜਾਂ ਰੁਪਈਆ, ਦੱਸਦੇ ਵੀ 60 ਕਰੋੜ ਤੋਂ ਵੀ ਵੱਧ ਖਜ਼ਾਨਾ ਆਪਣੇ ਖਜ਼ਾਨੇ ਚੋਂ ਕਢਾ ਕੇ ਸਤਿਗੁਰੂ ਜੀ ਸਤਲੁਜ ਦਰਿਆ ਵਿੱਚ ਸੁੱਟ ਦਿੰਦੇ। ਇਹ ਮੇਰੇ ਸਾਹਿਬ ਦੀ ਵਿਰਾਗ ਦੀ ਅਵਸਥਾ ਹੈ, ਪਕੜ ਨਹੀਂ। ਕੰਗਣ ਲਾ ਕੇ ਸੁੱਟਦੇ ਆ ਪਟਨਾ ਸਾਹਿਬ ਦੀ ਧਰਤੀ ਤੇ ਦੂਜਾ ਵੀ ਵਗਾ ਕੇ ਸੁੱਟ ਕੇ ਸੰਕੇਤ ਦਿੰਦੇ ਆ ਕਿ ਮੈਂ ਇਹਨਾਂ ਨੂੰ ਇਕੱਠਾ ਕਰਨ ਲਈ ਜਾਂ ਇਹਨਾਂ ਨੂੰ ਵਿਹਾਜਣ ਲਈ ਨਹੀਂ ਆਇਆ ਹੋਇਆ, ਮੇਰਾ ਇਹ ਮਕਸਦ ਨਹੀਂ ਹੈ। ਜਿਹੜੇ ਪਰਮੇਸ਼ਰ ਦੇ ਸੱਚੇ ਰੰਗ ਦੇ ਵਿੱਚ ਰੰਗੇ ਹੁੰਦੇ ਆ ਉਹ ਪਰਮ ਵਿਰਾਗੀ ਹੋ ਜਾਂਦੇ ਆ। ਅਹਨਿਸ ਦਾ ਮਤਲਬ ਹੁੰਦਾ ਰਾਤ ਦਿਨ ਉਹ ਵਿਰਾਗ 'ਚ ਵਿਚਰਦੇ ਨੇ, ਜਿਹੜੇ ਸੱਚ 'ਚ ਰੰਗੇ ਜਾਂਦੇ ਹਨ। ਚੌ ਜੁਗ ਮਹਿ ਅੰਮ੍ਰਿਤ ਸਾਚੀ ਬਾਣੀ। ਚੌ ਜੁਗਾਂ ਵਿੱਚ ਪਰਮੇਸ਼ਰ ਦੀ ਬਾਣੀ ਅੰਮ੍ਰਿਤ ਰੂਪ ਹੋ ਕੇ ਵਿਆਪਕ ਹੈ। ਇਹ ਬਾਣੀ ਅਕਾਲ ਪੁਰਖ ਜੀ ਵਿੱਚ ਵਿਆਪਕ ਸੀ, ਮਿਲੀ ਹੋਈ ਸੀ। ਗੁਰੂ ਨਾਨਕ ਸਾਹਿਬ ਨੇ ਤਰਸ ਕੀਤਾ, ਉਸ ਬਾਣੀ ਨੂੰ ਪ੍ਰਗਟ ਕਰਕੇ ਸਾਡੇ ਤੇ ਦਇਆ ਦ੍ਰਿਸ਼ਟੀ ਕੀਤੀ। ਚੌ ਜੁਗਾਂ ਦੇ ਵਿੱਚ ਮੇਰੇ ਸਾਹਿਬ ਜੀ ਦੀ ਬਾਣੀ ਸੱਚੀ ਹੈ। ਜੋ ਸਾਹਿਬ ਨੇ ਕਹਿ ਦਿੱਤਾ ਉਹ ਸੱਚ ਹੈ। ਉਹ ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਰਹੇਗਾ। ਹਾਂਜੀ। ਪੂਰੇ ਭਾਗ ਹਰ ਨਾਮ ਸੁਮਾਣੀ। ਜਿਨ੍ਹਾਂ ਦੇ ਭਾਗ ਪੂਰੇ ਨੇ, ਸਵੱਲੇ ਕਰਮ ਨੇ, ਜਿਨ੍ਹਾਂ ਦੇ ਕਰਮ ਚੰਗੇ ਨੇ, ਉਹ ਹਰੀ ਅਕਾਲ ਪੁਰਖ ਜੀ ਦੇ ਨਾਮ ਦੇ ਵਿੱਚ ਉਹਨਾਂ ਦੀ ਸੁਰਤ ਸਮਾ ਜਾਂਦੀ ਹੈ। ਪੂਰਾ ਭਾਗ ਹਰ ਨਾਮ ਸਮਾਣੀ। ਪੂਰਿਆਂ ਭਾਗਾਂ ਦੇ ਨਾਲ ਹੀ ਹਰੀ ਨਾਮ ਦੇ ਵਿੱਚ ਸੇਵਕ ਦੀ ਮੱਤ, ਸੇਵਕ ਦੀ ਸੁਰਤ
ਉਹ ਸਮਾਉਂਦੀ ਹੈ। ਸਿੱਧ ਸਾਧਕ ਤਰਸਹਿ ਸਭ ਲੋਏ। ਬੜੇ ਬੜੇ ਸਿੱਧ, ਬੜੇ ਬੜੇ ਸਾਧਕ, ਬੜੀ ਬੜੀ ਲੋਕਾਈ ਤਰਸ ਰਹੀ ਹੈ। ਹਾਂਜੀ, ਪੂਰੇ ਭਾਗ ਪ੍ਰਾਪਤ ਹੋਏ। ਵੱਡੇ ਵੱਡੇ ਸਿੱਧ ਸਾਧਕ ਤੇ ਲੋਕਾਈ ਤਰਸ ਰਹੀ ਹੈ ਵੀ ਸਾਨੂੰ ਵੀ ਇਹ ਦਾਤ ਮਿਲ ਜਾਏ। ਪਰ ਖਾਲਸਾ ਜੀ ਜਿਨ੍ਹਾਂ ਦੇ ਭਾਗ ਪੂਰੇ ਨੇ, ਵੱਡੇ ਭਾਗ ਨੇ, ਇਹ ਨਾਮ ਸਿਮਰਨ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਤਰਸਦੇ ਬੜੇ ਨੇ, ਲੋਕਾਈ ਚਾਹੁੰਦੀ ਬਹੁਤ ਹੈ। ਪਰ ਜਿਨ੍ਹਾਂ ਦੇ ਭਾਗ ਚੰਗੇ ਹੋਣ, ਜਿਨ੍ਹਾਂ ਦੇ ਕਰਮ ਚੰਗੇ ਹੋਣ, ਇੱਥੇ ਬਾਰ-ਬਾਰ ਗੁਰੂ ਅਮਰਦਾਸ ਸਾਹਿਬ ਜੀ ਪੂਰੇ ਭਾਗਾਂ ਦੀ, ਵੱਡਿਆਂ ਭਾਗਾਂ ਦੀ ਗੱਲ ਕਰਦੇ ਹੈ ਸ਼ਬਦ ਵਿੱਚ। ਉੱਤੇ ਵੀ ਕਹਿ ਆਏ ਨੇ ਪੂਰਾ ਭਾਗ, ਇੱਥੇ ਫਿਰ ਪੂਰਾ ਭਾਗ ਸ਼ਬਦ ਮਹਾਰਾਜ ਜੀ ਨੇ ਵਰਤਿਆ। ਇਸ ਤੋਂ ਪਹਿਲਾਂ ਵੀ ਪੂਰਾ ਭਾਗ ਸ਼ਬਦ ਵਰਤਿਆ। 3 ਵਾਰ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਇਹ ਸ਼ਬਦ ਵਰਤਿਆ, ਪੂਰਾ ਭਾਗ। ਉੱਪਰ ਕਹਿ ਕੇ ਆਏ ਨੇ ਸਤਿਗੁਰ ਭੇਟੇ ਪੂਰਾ ਭਾਗ, ਫਿਰ ਪਿੱਛੇ ਕਹਿ ਕੇ ਆਏ ਨੇ ਪੂਰਾ ਭਾਗ ਹਰ ਨਾਮ ਸਮਾਣੀ। ਇੱਥੇ ਵੀ ਕਹਿ ਰਹੇ ਨੇ ਪੂਰਾ ਭਾਗ ਪ੍ਰਾਪਤ ਹੋਏ। ਇੱਕ ਸ਼ਬਦ ਮਹਾਰਾਜ ਜੀ ਨੇ 3 ਵਾਰੀ ਵਰਤਿਆ ਇੱਥੇ। ਸਾਡਾ ਧਿਆਨ ਬਾਰ-ਬਾਰ ਮਹਾਰਾਜ ਜੀ ਇਸ ਪਾਸੇ ਦਵਾ ਰਹੇ ਨੇ ਵੀ ਭਾਗ ਪੂਰੇ ਹੋਣਗੇ ਤਾਂ ਗੱਲ ਬਣੇਗੀ। ਭਾਗਾਂ ਕਾ ਉਦੋ ਹੋਏ, ਜੋ ਭਾਗਾਂ ਵਿੱਚ ਹੈ ਉਹ ਪ੍ਰਗਟ ਹੁੰਦਾ। ਭਾਗ ਪੂਰਵਲੇ ਜਨਮਾਂ ਦੇ ਕੀਤੇ ਕਰਮਾਂ ਮੁਤਾਬਕ ਵੀ ਬਣੇ ਨੇ, ਉਹਨਾਂ ਨੂੰ ਕਹਿੰਦੇ ਨੇ ਪ੍ਰਾਰਬਧ। ਇੱਕ ਭਾਗ ਉਹ ਨੇ ਜਿਹੜੇ ਅੱਗੇ ਅੱਗੇ ਨਾਲ ਨਾਲ ਬਣਦੇ ਚਲੇ ਜਾਂਦੇ ਆ। ਕਰਮ ਫਿਲਾਸਫੀ ਕੁਝ ਇਹੋ ਜਿਹੀ ਗਹਿਰੀ ਹੈ। ਕੁਝ ਕਰਮਾਂ ਦਾ ਬੀਜ ਅਸੀਂ ਅੱਜ ਬੀਜਿਆ, ਨਾਲੋਂ ਨਾਲ ਹੀ ਫਲੀਭੂਤ ਹੋ ਜਾਂਦਾ ਤੇ ਉਗ ਜਾਂਦਾ। ਕੁਝ ਕਰਮਾਂ ਦਾ ਬੀਜ ਬੀਜਿਆ ਗਿਆ ਸੀ ਪਰ ਉਹਨੂੰ ਕਈ ਵਰ੍ਹੇ ਬੀਤ ਗਏ, ਹੋ ਸਕਦਾ ਜਨਮ ਬੀਤ ਗਏ, ਹੁਣ ਜਾ ਕੇ ਉਗ ਰਹੇ ਨੇ। ਇਸ ਕਰਕੇ ਕਰਮ ਕਰਨ ਵੇਲੇ ਮਨੁੱਖ ਨੂੰ ਸੁਚੇਤ ਹੋ ਕੇ ਵਿਚਰਨਾ ਚਾਹੀਦਾ ਕਿ ਜਿਹੜਾ ਕਰਮ ਮੈਂ ਕਰਨ ਲੱਗਾ, ਇਸ ਕਰਮ ਦਾ ਮੈਨੂੰ ਫਲ ਕੀ ਮਿਲੇਗਾ। ਕਿ ਇਸ ਕੀਤੇ ਹੋਏ ਕਰਮ ਕਰਕੇ ਮੈਨੂੰ ਪਛਤਾਵਾ ਤਾਂ ਨਹੀਂ ਕਰਨਾ ਪਵੇਗਾ। ਸ਼ਾਸਤਰ ਕਹਿੰਦੇ ਹੈ ਕਿ ਜਿਹੜਾ ਸਿਆਣਾ ਸੂਝਵਾਨ ਮਨੁੱਖ ਹੈ, ਉਹ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਉਸ ਕਰਮ ਦੇ ਬਾਰੇ ਨਿਰਣਾ ਕਰਦਾ ਵੀ ਇਹਦਾ ਫਲ ਕੀ ਹੋਵੇਗਾ। ਇਸ ਨੂੰ ਕਰਨ ਤੋਂ ਬਾਅਦ ਮੈਨੂੰ ਮੁਨਾਫਾ ਹੋ ਰਿਹਾ ਹੈ ਕਿ ਨੁਕਸਾਨ ਹੋ ਰਿਹਾ ਹੈ। ਯਾਨੀ ਕਿ ਜੇ ਕੋਈ ਐਸਾ ਕਰਮ ਹੈ ਜਿਸ ਨੂੰ ਕਰਨ ਤੋਂ ਬਾਅਦ ਮਨੁੱਖ ਨੂੰ ਪਛਤਾਵਾ ਕਰਨਾ ਪਵੇ ਤਾਂ ਉਸ ਕਰਮ ਦਾ ਤਿਆਗ ਕਰ ਦੇਣਾ ਚਾਹੀਏ। ਇਹੀ ਯੋਗ ਹੈ, ਇਹੀ ਵਿਧਾਨ ਹੈ। ਸੁਚੇਤ ਹੋ ਕੇ ਕਰਮ ਕਰਨੇ ਤਾਂ ਜੋ ਭਾਗ ਸਵੱਲੇ ਬਣ ਸਕਣ, ਕਰਮ ਚੰਗੇ ਹੋ ਸਕਣ। ਗੁਰੂ ਸਾਹਿਬ ਜੀ ਦੇ ਘਰ ਵਿੱਚ ਤਾਂ ਏਡੀਆਂ ਵੱਡੀਆਂ ਬਰਕਤਾਂ ਨੇ, ਜੇ ਕਿਤੇ ਭਾਗਾਂ ਵਿੱਚ ਨਹੀਂ ਵੀ ਲਿਖਿਆ ਗਿਆ ਤੇ 6ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਕੇ ਕਹਿੰਦੀ ਆ, ਮਾਈ ਜੀ ਪਾਤਸ਼ਾਹ ਉਦੋਂ ਨਹੀਂ ਲਿਖਿਆ ਤੇ ਕਿਰਪਾ ਕਰਕੇ ਫਿਰ ਹੁਣ ਲਿਖ ਦਿਓ। ਮਹਾਰਾਜ ਜੀ ਸਾਡੇ ਭਾਗ ਪਹਿਲਾਂ ਮਾੜੇ ਸੀ ਤੇ ਕਿਰਪਾ ਕਰ ਦਿਓ, ਦਇਆ ਕਰ ਦਿਓ, ਹੁਣ ਚੰਗੇ ਬਣਾ ਦਿਓ। ਹੁਣ ਵੀ ਤਾਂ ਤੁਸੀਂ ਕਰ ਹੀ ਸਕਦੇ ਹੋ ਨਾ। ਸਤਿਗੁਰਾਂ ਦੇ ਚਰਨਾਂ ਤੇ ਗੁਰਸਿੱਖ ਜਦੋਂ ਮੱਥਾ ਧਰਦਾ, ਟੇਕਦਾ ਤਾਂ ਮੱਥਾ ਟੇਕਣ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਜੇ ਆਪਣੇ ਹਿਰਦੇ ਤੱਕ ਮਹਿਸੂਸ ਕਰੇ ਕਿ ਮੈਂ ਇਹ ਸੀਸ ਗੁਰਦੇਵ ਦੇ ਚਰਨਾਂ ਤੇ ਧਰਿਆ, ਤੇ ਅੱਜ ਵੀ ਮੱਥੇ ਦੇ ਭਾਗ ਮਾੜੇ ਬਦਲ ਕੇ ਤਬਦੀਲ ਹੋ ਕੇ ਚੰਗਿਆਂ ਵਿੱਚ ਆ ਜਾਂਦੇ ਹੈ। ਪਾਤਸ਼ਾਹ ਕਹਿੰਦੇ ਜਦੋਂ ਭਾਗ ਪੂਰੇ ਹੋਣ, ਸਵੱਲੇ ਕਰਮ ਹੋਣ ਤਾਂ ਪੂਰਾ ਭਾਗ ਪ੍ਰਾਪਤ ਹੋਏ। ਪੂਰਿਆਂ ਭਾਗਾਂ ਕਰਕੇ ਅੰਮ੍ਰਿਤ ਨਾਮ ਦੀ ਦਾਤ ਜਿਹੜੀ ਹੈ ਇਹ ਪ੍ਰਾਪਤ ਹੁੰਦੀ ਹੈ। ਸਭ ਕਿਛ ਸਾਚਾ ਸਾਚਾ ਹੈ ਸੋਏ। ਵਾਹਿਗੁਰੂ ਸੱਚ ਹੈ। ਸੱਚੇ ਨੇ ਜੋ ਕੀਤਾ ਸੱਚ ਹੀ ਕੀਤਾ। ਉਹਨੇ ਆਪਣੀ ਸੱਚ ਚੇਤਨਤਾ ਤੋਂ ਹੀ ਇਹ ਸਾਰਾ ਕੁਝ ਪੈਦਾ ਕੀਤਾ ਤੇ ਉਸ ਸੱਚ ਦਾ ਆਭਾਸ ਪੈਣ ਕਰਕੇ ਸਭ ਕੁਝ ਸੱਚਾ ਹੀ ਨਜ਼ਰ ਆਉਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂਕਿ ਸੱਚ ਦਾ ਪ੍ਰਤਿਭਾਸ ਪੈ ਰਿਹਾ ਸਾਰਿਆਂ ਵਿੱਚ, ਔਰ ਸੱਚ ਦਾ ਪ੍ਰਤੀਬਿੰਬ ਪੈਣ ਕਰਕੇ ਸਭ ਕੁਝ ਸੱਚ ਹੀ ਨਜ਼ਰ ਆ ਰਿਹਾ। ਸਭ ਕੁਝ ਸਾਚਾ ਸਾਚਾ ਹੈ ਸੋਏ। ਉਸ ਸੱਚ ਕਰਕੇ ਸੱਚ ਨਜ਼ਰ ਆ ਰਿਹਾ ਹੈ। ਜੇ ਉਹ ਸੱਚ ਆਪਣਾ ਆਪ ਸਮੇਟ ਲਵੇ ਤੇ ਫਿਰ ਸਭ ਨਾਸ਼ਵਾਨ ਹੈ।
ਜਦੋਂ ਉਹਦਾ ਪ੍ਰਤਿਭਾਸ ਪਿਆ, ਜਦੋਂ ਉਸ ਦਾ ਪ੍ਰਤੀਬਿੰਬ ਪਿਆ, ਤਾਂ ਉਹਦੇ ਪ੍ਰਤੀਬਿੰਬ ਕਰਕੇ ਹੀ ਸੱਚ ਸੱਚ ਨਜ਼ਰ ਆ ਰਿਹਾ ਹੈ। ਜੇ ਕਿਤੇ ਉਹ ਹੁਣ ਸੂਰਜ ਦਾ ਪ੍ਰਤੀਬਿੰਬ ਪੈਂਦਾ ਸ਼ੀਸ਼ੇ 'ਚ ਤਦੇ ਨਜ਼ਰ ਆ ਰਿਹਾ ਨਾ, ਜੇ ਸੂਰਜ ਹੀ ਨਾ ਹੋਵੇ ਤੇ ਪ੍ਰਤੀਬਿੰਬ ਕਿਵੇਂ ਸੱਚ ਨਜ਼ਰ ਆਵੇ? ਪਰਮਾਤਮਾ ਦੀ ਸੱਤਾ ਕਰਕੇ ਸਾਰਾ ਜਗਤ ਭਾਸਦਾ, ਤੇ ਜੇ ਪਰਮਾਤਮਾ ਆਪਣੀ ਸੱਤਾ ਹੀ ਸਮੇਟ ਲਵੇ ਤੇ ਫਿਰ ਇਹ ਜਗਤ ਕਾਹਦਾ? ਫਿਰ ਤਾਂ ਕੁਝ ਵੀ ਨਹੀਂ। ਉਸੇ ਦੀ ਸੱਤਾ ਕਰਕੇ ਸਭ ਸੱਚ ਹੈ। ਤਾਂ ਪਾਤਸ਼ਾਹ ਇੱਥੇ ਕਹਿ ਰਹੇ ਨੇ ਸਭ ਕੁਝ ਸਾਚਾ ਸਾਚਾ ਹੈ ਸੋਏ। ਉਹ ਅਕਾਲ ਪੁਰਖ ਪਰਮੇਸ਼ਰ ਸੱਚ ਹੈ, ਉਸੇ ਸੱਚ ਕਰਕੇ ਹੀ ਇਹ ਸਾਰਾ ਸੱਚ ਨਜ਼ਰ ਆਉਂਦਾ ਹੈ। ਉਤਮ ਬ੍ਰਹਮ ਪਛਾਣੈ ਕੋਏ। ਕੋਈ ਵਿਰਲਾ ਹੈ ਜਿਹੜਾ ਉਸ ਉੱਤਮ ਬ੍ਰਹਮ ਨੂੰ, ਵਿਆਪਕ ਪਰਮੇਸ਼ਰ ਨੂੰ ਪਛਾਣਦਾ ਹੈ। ਕੋਈ ਵਿਰਲਾ, ਹਰ ਕੋਈ ਨਹੀਂ, ਵਿਰਲਾ। ਖਾਲਸਾ ਜੀ, ਕਿਤਨੀ ਦੁਨੀਆ ਸੰਸਾਰ ਦੇ ਵਿੱਚ, ਸਾਰੇ ਤਾਂ ਨਹੀਂ ਕਥਾ ਕੀਰਤਨ ਸੁਣਦੇ। ਉਹਨਾਂ ਅਰਬਾਂ ਖਰਬਾਂ ਵਿੱਚੋਂ ਕਿੰਨੇ ਵਿਰਲੇ ਹੋਣਗੇ ਜਿਹੜੇ ਕਥਾ ਕੀਰਤਨ ਸੁਣਦੇ ਆ, ਬਾਣੀ ਸੁਣਦੇ, ਪੜ੍ਹਦੇ ਆ। ਫਿਰ ਸੁਣਨ ਵਾਲੇ ਕਿੰਨੇ ਨੇ? ਸੁਣਨ ਵਾਲਿਆਂ ਵਿੱਚੋਂ ਸਾਰੇ ਤਾਂ ਨਹੀਂ ਜਿਹੜੇ ਮੰਨਦੇ ਹੋਣ। ਸੁਣਨ ਵਾਲਿਆਂ ਚੋਂ ਸਾਰੇ ਤਾਂ ਨਹੀਂ ਜਿਹੜੇ ਮੰਨਦੇ ਹੋਣ। ਉਹਨਾਂ ਸੁਣਨ ਵਾਲਿਆਂ ਵਿੱਚੋਂ ਫਿਰ ਅੱਗੇ ਮੰਨਣ ਵਾਲੇ ਹੋਰ ਥੋੜੇ ਨੇ, ਹੋਰ ਵਿਰਲੇ ਨੇ। ਫਿਰ ਮੰਨਣ ਵਾਲੇ ਵੀ ਬਹੁਤ ਹੋਣਗੇ। ਮੰਨਣ ਵਾਲਿਆਂ ਵਿੱਚੋਂ ਜ਼ਰੂਰੀ ਤਾਂ ਨਹੀਂ ਵੀ ਜਿਹੜੇ ਮੰਨਣ ਵਾਲੇ ਨੇ ਉਹ ਸਾਰੇ ਕਮਾਈ ਕਰਦੇ ਹੋਣ, ਨਿਧਿਆਸਣ ਕਰਦੇ ਹੋਣ। ਉਹ ਅੱਗੇ ਜਿਹੜੇ ਨਿਧਿਆਸਣ ਕਰਨ ਵਾਲੇ ਨੇ, ਮੰਨਣ ਵਾਲਿਆਂ ਚੋਂ ਫਿਰ ਹੋਰ ਵਿਰਲੇ। ਫਿਰ ਮੰਨਣ ਵਾਲੇ ਵੀ ਹੋਣਗੇ ਬੇਅੰਤ। ਮੰਨਣ ਵਾਲਿਆਂ ਦੇ ਵਿੱਚੋਂ, ਕਮਾਈ ਕਰਨ ਵਾਲਿਆਂ ਵਿੱਚੋਂ ਜਿਹੜੇ ਅਨੇਕਾਂ ਕਮਾਈ ਕਰਨ ਵਾਲੇ ਨੇ, ਉਹ ਸਾਰੇ ਤਾਂ ਨਹੀਂ ਜਿਹੜੇ ਸਾਖਸ਼ਾਤਕਾਰ ਨੂੰ ਪ੍ਰਾਪਤ ਕਰ ਲੈਣ। ਉਹਨਾਂ ਵਿੱਚੋਂ ਫੇਰ ਅੱਗੇ ਬਹੁਤ ਵਿਰਲੇ ਨੇ ਜਿਹੜੇ ਉੱਥੇ ਤੱਕ ਪਹੁੰਚਦੇ ਆ। ਤੇ ਜਦੋਂ ਉੱਥੇ ਤੱਕ ਪਹੁੰਚਦੇ ਆ ਬਹੁਤ ਵਿਰਲੇ, ਤੇ ਫਿਰ ਉਹਨਾਂ ਬਾਬਤ ਇਹ ਪਾਤਸ਼ਾਹ ਨੇ ਬਚਨ ਕਹੇ ਨੇ ਵੀ ਕੋਟਨ ਮੈਂ ਨਾਨਕ ਕੋਊ ਨਾਰਾਇਣ ਜਿਹ ਚੀਤ। ਕਰੋੜਾਂ ਵਿੱਚੋਂ ਫਿਰ ਇੱਕ ਅੱਧਾ ਜਿਹੜਾ ਉੱਥੇ ਪਹੁੰਚਿਆ, ਕਰੋੜਾਂ ਵਿੱਚੋਂ। ਇਸ ਕਰਕੇ ਆ ਵੱਡੇ ਵੱਡੇ ਐਗਜ਼ਾਮ ਹੁੰਦੇ ਆ, ਪੇਪਰ ਹੁੰਦੇ ਆ ਬੜੇ ਬੜੇ ਉੱਚੇ ਰੁਤਬਿਆਂ ਵਾਸਤੇ। ਕਿੰਨੇ ਲੋਕ, ਕਿੰਨੇ ਬੱਚੇ ਨੇ ਜਿਹੜੇ ਮਿਹਨਤਾਂ ਕਰਦੇ ਆ, ਸਾਰੇ ਤਾਂ ਨਹੀਂ ਪਹੁੰਚ ਜਾਂਦੇ ਉੱਥੇ। ਸਾਰੇ ਉੱਥੇ ਤੱਕ ਨਹੀਂ ਪਹੁੰਚਦੇ। ਇਸੇ ਤਰ੍ਹਾਂ ਪਰਿਵਾਰ ਦੀ ਵੀ ਖੇਡ ਹੈ। ਅਭਿਆਸ ਕਰਨ ਵਾਲੇ ਵੀ ਬੜੇ ਬੜੇ ਨੇ, ਪਰ ਕਿਸੇ ਦੀ ਗੱਲ ਮਿੰਟਾਂ ਸਕਿੰਟਾਂ 'ਚ ਬਣ ਜਾਂਦੀ ਹੈ, ਕਿਸੇ ਦੀ ਵਰਿਆਂ ਵਿੱਚ ਵੀ ਨਹੀਂ ਬਣਦੀ। ਇਹ ਤਾਂ ਪਰਮੇਸ਼ਰ ਦੀ ਕਲਾ ਹੈ, ਕਦੋਂ ਵਰਤਾ ਦੇਵੇ। ਇਸ ਕਰਕੇ ਸਾਹਿਬ ਕਹਿੰਦੇ ਉੱਤਮ ਬ੍ਰਹਮ ਪਛਾਣੈ ਕੋਏ। ਉਸ ਉੱਤਮ ਬ੍ਰਹਮ ਅਕਾਲ ਪੁਰਖ ਪਰਮੇਸ਼ਰ ਨੂੰ ਕੋਈ ਵਿਰਲਾ ਹੈ ਜਿਹੜਾ ਪਛਾਣ ਲੈਂਦਾ, ਜਿਹਦੇ ਅੰਦਰ ਸਾਖਸ਼ਾਤਕਾਰ ਹੋ ਜਾਂਦਾ ਬ੍ਰਹਮ ਦੇ ਸਰੂਪ ਦਾ, ਜਿਹਦੇ ਅੰਦਰ ਸਾਖਸ਼ਾਤਕਾਰ ਹੋ ਜਾਂਦਾ, ਉਹ ਕੋਈ ਵਿਰਲਾ ਹੈ। ਸੱਚ ਸਾਚਾ ਸੱਚ ਆਪ ਦਰੜਾਏ। ਉਹ ਵਾਹਿਗੁਰੂ ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚਾ, ਅੱਗੇ ਵੀ ਸੱਚਾ ਹੈ। ਔਰ ਉਸ ਸੱਚ ਸਰੂਪ ਵਾਹਿਗੁਰੂ ਨੇ ਜਿਨ੍ਹਾਂ ਤੇ ਕਿਰਪਾ ਕਰਕੇ, ਦਇਆ ਕਰਕੇ ਆਪਣਾ ਸੱਚਾ ਸਰੂਪ ਜਿਨ੍ਹਾਂ ਦੇ ਹਿਰਦੇ 'ਚ ਦ੍ਰਿੜ ਕਰਾ ਦਿੱਤਾ ਹੈ, ਉਹਨਾਂ ਅੰਦਰ ਇਹ ਦ੍ਰਿੜ ਹੋ ਗਿਆ ਵੀ ਉਹ ਸੱਚ ਹੈ। ਜਿਨ੍ਹਾਂ ਅੰਦਰ ਦ੍ਰਿੜ ਹੋਇਆ ਉਹਨਾਂ ਨੇ ਉਸ ਨੂੰ ਸੱਚ ਜਾਣ ਕੇ ਆਰਾਧਿਆ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ।
ਸੱਚ ਹੈ, ਉਹਦਾ ਨਾਮ ਸੱਚ ਹੈ ਤ੍ਰਈ ਕਾਲ। ਉਹਦੇ ਸੱਚ ਜਿਨ੍ਹਾਂ ਨੂੰ ਮੇਰੇ ਸਾਹਿਬ ਨੇ ਤਰਸ ਕਰਕੇ, ਦਇਆ ਕਰਕੇ ਦ੍ਰਿੜ ਕਰਾਇਆ, ਉਹਨਾਂ ਦੇ ਹਿਰਦੇ 'ਚ ਦ੍ਰਿੜ ਹੋ ਗਿਆ, ਪਰਪੱਕ ਹੋ ਗਿਆ। ਜਿਨ੍ਹਾਂ ਨੂੰ ਦ੍ਰਿੜ ਕਰਾਇਆ ਉਹਨਾਂ ਦੇ ਹਿਰਦੇ 'ਚ ਦ੍ਰਿੜ ਹੋਇਆ। ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਇਹ ਪਰਪੱਕ ਨਹੀਂ ਹੁੰਦਾ। ਪੰਜ ਪਿਆਰੇ ਸਾਹਿਬਾਨ ਖੰਡੇ ਦੀ ਪੌਲ ਛਕਾ ਕੇ ਫਿਰ ਇਹ ਦ੍ਰਿੜ ਕਰਾਉਂਦੇ ਹੈ ਕਿ ਭਾਈ ਇਹ ਨਾਮ ਹੈ, ਇਹਨੂੰ ਆਪਣੇ ਹਿਰਦੇ 'ਚ ਦ੍ਰਿੜ ਕਰੋ। ਇਹ ਗੁਰਮੰਤਰ ਹੈ, ਇਹਨੂੰ ਜਪਣਾ ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ। ਹਾਂਜੀ। ਨਾਨਕ ਆਪੇ ਵੇਖੈ ਆਪੇ ਸਚ ਲਾਏ। ਤੀਸਰੇ ਪਾਤਸ਼ਾਹ ਜਗਤ ਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਅਖੀਰਲੀ ਪੰਕਤੀ 'ਚ ਫਰਮਾਨ ਕਰਦੇ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਜਿਨ੍ਹਾਂ ਤੇ ਦਇਆ ਦ੍ਰਿਸ਼ਟੀ ਕਰਕੇ ਵੇਖਦਾ, ਰਹਿਮਤ ਦੇ ਘਰ ਵਿੱਚ ਆ ਕੇ, ਕਿਉਂਕਿ ਬਣਾ ਕੇ ਫਿਰ ਉਹ ਸਾਰਿਆਂ ਨੂੰ ਵੇਖਦਾ। ਵੇਖਣ ਦਾ ਜਦੋਂ ਗੱਲ ਆਉਂਦੀ ਹੈ ਨਾ, ਆਪਾਂ ਕਹਿੰਦੇ ਭਾਈ ਆ ਵੇਖੀ ਮਾੜਾ ਜਾ, ਉਹਦਾ ਮਤਲਬ ਹੁੰਦਾ ਵੀ ਇਹਦਾ ਧਿਆਨ ਰੱਖੀ, ਇਹਦਾ ਖਿਆਲ ਰੱਖੀ। ਪਰਮੇਸ਼ਰ ਇਹ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਫਿਰ ਇਹਦਾ ਖਿਆਲ ਵੀ ਰੱਖਦਾ, ਵੇਖਦਾ ਵੀ ਹੈ, ਕੱਲੇ ਕੱਲੇ ਜੀਅ ਦੀ ਪਾਲਣਾ ਕਰਦਾ। ਕਿਸ ਕਿਸ ਜੀਅ ਨੂੰ ਕਿਹੜੀ ਕਿਹੜੀ ਵਸਤ ਚਾਹੀਦੀ ਆ, ਪ੍ਰਮਾਤਮਾ ਉਹ ਵਸਤ ਉਹਦੇ ਤੱਕ ਪਹੁੰਚਦੀ ਕਰਦਾ। ਇਹ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੀ ਖੇਡ ਹੈ। ਆਪ ਹੀ ਵੇਖਦਾ, ਆਪੇ ਸੱਚ ਲਾਏ। ਆਪ ਜਿਨ੍ਹਾਂ ਤੇ ਤਰਸ ਕਰਦਾ ਉਹਨਾਂ ਨੂੰ ਸੱਚ ਨਾਲ ਲਾ ਦਿੰਦਾ ਵੀ ਇਹ ਸੱਚ ਹੈ, ਇਹਦੇ ਨਾਲ ਜੁੜ ਜਾਓ। ਨਹੀਂ ਤਾਂ ਬਹੁਤੀ ਦੁਨੀਆ ਸੱਚ ਦੇ ਪ੍ਰਤਿਭਾਸ ਕਰਕੇ ਜਿਹੜਾ ਝੂਠ ਹੈ, ਉਸੇ ਝੂਠ ਨੂੰ ਸੱਚ ਮੰਨੀ ਬੈਠੀ ਹੈ। ਯਾਨੀ ਕਿ ਸ਼ੀਸ਼ੇ ਵਿੱਚ ਜਿਹੜਾ ਪ੍ਰਤੀਬਿੰਬ ਹੈ ਉਹਨੂੰ ਸੱਚ ਮੰਨ ਲਿਆ ਵੀ ਇਹ ਜਿਹੜਾ ਸ਼ੀਸ਼ੇ ਦਾ ਪ੍ਰਤੀਬਿੰਬ ਹੈ, ਪਰ ਇਹ ਨਹੀਂ ਪਤਾ ਵੀ ਇਹਦੇ ਵਿੱਚ ਜਿਹੜਾ ਪ੍ਰਤੀਬਿੰਬ ਹੈ ਸ਼ੀਸ਼ੇ 'ਚ ਸੂਰਜ ਦਾ ਪਿਆ ਹੋਇਆ। ਏਦਾਂ ਸੱਚ ਪ੍ਰਮਾਤਮਾ ਨੂੰ ਦੂਰ ਕਰਕੇ ਉਹਦੀ ਆਸ਼ਰਿਤ ਤੇ ਰਹਿਣ ਵਾਲੀ ਜਿਹੜੀ ਸ੍ਰਿਸ਼ਟੀ ਹੈ, ਸ੍ਰਿਸ਼ਟੀ ਨੂੰ ਸੱਚ ਸਮਝੀ ਬੈਠਾ ਮਨੁੱਖ। ਤੋ ਪਰ ਜਿਨ੍ਹਾਂ ਤੇ ਵਾਹਿਗੁਰੂ ਜੀ ਆਪ ਕਿਰਪਾ ਕਰਦੇ ਨੇ, ਉਹਨਾਂ ਨੂੰ ਇਹ ਸੱਚ ਨਾਲ ਜੋੜ ਦਿੰਦੇ ਆ। ਭਾਈ ਇਹ ਸੱਚ ਹੈ, ਪ੍ਰਮਾਤਮਾ ਦਾ ਨਾਮ ਸੱਚ ਹੈ, ਔਰ ਸੱਚੇ ਨਾਮ ਨਾਲ ਸਤਿਗੁਰੂ ਜੀ ਦੀ ਕਿਰਪਾ ਨਾਲ ਜੀਵ ਨਾਮ 'ਚ ਜੁੜ ਜਾਂਦਾ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨੇ, ਪਾਵਨ ਅੰਮ੍ਰਿਤ ਬਚਨ ਸਾਡੇ ਸਾਰਿਆਂ ਦੇ ਹਿਰਦਿਆਂ 'ਚ ਵਸ ਜਾਣ। ਸਾਡਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾ ਲੈਣ, ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੋ ਜਾਵੇ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਤੇ ਸਮੱਤ ਪ੍ਰਦਾਨ ਕਰਨ। ਸਾਧ ਸੰਗਤ ਜੀ, ਬੇਨਤੀ ਹੈ, ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਨੇ ਭਾਰੀ ਤਰਸ ਕਰਕੇ ਇਸ ਪਵਿੱਤਰ ਸਥਾਨ ਤੇ ਆਪਣੇ ਚਰਨ ਪਾ ਕੇ ਇੱਥੇ ਸਦਾ ਵਾਸਤੇ ਦੁੱਖਾਂ ਦੀ ਨਿਰਵਿਰਤੀ ਦਾ ਸਦਾ ਵਰਤ ਲੰਗਰ ਲਾਇਆ। ਉਹ ਪਾਵਨ ਦਿਨ ਜਿਸ ਦਿਨ ਸਤਿਗੁਰੂ ਜੀ ਨੇ ਇੱਥੇ ਚਰਨ ਪਾ ਕੇ ਇਸ ਧਰਤੀ ਨੂੰ ਭਾਗਸ਼ਾਲੀ ਬਣਾਇਆ ਔਰ ਆਪਣੇ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕੀਤੇ। ਬਸੰਤ ਪੰਚਮੀ ਦੇ ਜੋੜ ਮੇਲ 5 ਫਰਵਰੀ ਨੂੰ ਆ ਰਹੇ ਨੇ। 4 ਤਰੀਕ ਨੂੰ ਬਸੰਤ ਪੰਚਮੀ ਦੇ ਜੋੜ ਮੇਲੇ ਪ੍ਰਾਰੰਭ ਹੋਣਗੇ। 3 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੀ ਸਮਾਪਤੀ ਬਸੰਤ ਪੰਚਮੀ ਵਾਲੇ ਦਿਨ 5 ਫਰਵਰੀ ਨੂੰ ਹੋਵੇਗੀ। 4 ਫਰਵਰੀ ਨੂੰ ਸ਼ਾਮ ਤੋਂ ਦੀਵਾਨ ਆਰੰਭ ਹੋ ਜਾਣਗੇ। ਕਥਾ ਦੀ ਸਮਾਪਤੀ ਤੋਂ ਉਪਰੰਤ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਦੀਵਾਨ ਹਾਲ ਵਿੱਚ ਹੋਣਗੇ। ਉਪਰੰਤ 8 ਤੋਂ 11 ਵਜੇ ਤੱਕ 4 ਤਰੀਕ ਨੂੰ ਕਵੀ ਦਰਬਾਰ ਹੋ ਰਹੇ ਨੇ, ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਕਵੀ ਸਹਿਬਾਨ ਹਾਜ਼ਰੀਆਂ ਭਰਨਗੇ। ਸਾਰੀ ਰਾਤ ਢਾਡੀ ਸਿੰਘ ਮਹਾਰਾਜ ਜੀ ਦਾ ਜਸ ਕਰਨਗੇ। ਅੰਮ੍ਰਿਤ ਵੇਲੇ 5 ਤਰੀਕ ਨੂੰ ਬਸੰਤ ਪੰਚਮੀ ਵਾਲੇ ਦਿਨ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਹਾਜ਼ਰੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਹਾਜ਼ਰੀ ਭਰਨਗੇ। ਉਪਰੰਤ ਸਾਰਾ ਦਿਨ ਦੀਵਾਨ ਸਜਣਗੇ ਔਰ ਸ਼ਾਮ ਨੂੰ
7 ਵਜੇ ਤੋਂ ਲੈ ਕੇ 11 ਵਜੇ ਤੱਕ ਨਿਰੰਤਰ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਹਿਬਾਨ ਹਾਜ਼ਰੀਆਂ ਭਰਨਗੇ। ਬਸੰਤ ਦਰਬਾਰ ਹੋਣਗੇ, ਬਸੰਤ ਰਾਗ ਕੀਰਤਨ ਹੋਵੇਗਾ। ਆਪ ਜੀ ਨੇ ਇਹਨਾਂ ਸਾਰੇ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ ਪਰਿਵਾਰਾਂ ਸਮੇਤ ਔਰ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।